ਬਾਸ ਟੀਵੀ ਤੋਂ ਮੈਂ ਸੁਸ਼ੀਲ ਦੋਸਾਂਝ। ਪ੍ਰੋਗਰਾਮ ਹੈ ਸਾਡਾ ਪੰਜਾਬ ਹਲਚਲ। ਪੰਜਾਬ ਹਲਚਲ ਦੇ ਵਿੱਚ ਅੱਜ ਸਾਡੇ ਨਾਲ ਸਾਡੇ ਸਪੈਸ਼ਲ ਗੈਸਟ ਨੇ ਡਾਕਟਰ ਸੁਖਦੇਵ ਸਿੰਘ ਸਿਰਸਾ। ਡਾਕਟਰ ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਤੋਂ ਚੇਅਰਮੈਨ ਦੇ ਤੌਰ ਤੇ ਸੇਵਾ ਮੁਕਤ ਹੋਏ ਨੇ। ਇਸ ਵੇਲੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨ ਸਕੱਤਰ ਨੇ ਤੇ ਦੇਸ਼ ਦੀ ਸਭ ਤੋਂ ਵੱਡੀ ਸਾਹਿਤਕ ਜਥੇਬੰਦੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨ ਸਕੱਤਰ ਨੇ। ਅਸੀਂ ਸਪੈਸ਼ਲੀ ਅੱਜ ਇਹਨਾਂ ਨੂੰ ਇਸ ਕਰਕੇ ਬੁਲਾਇਆ ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਕਾਰਜਸ਼ੀਲ ਰਹੇ ਨੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੱਜ ਕੱਲ੍ਹ ਚਰਚਾ ਦਾ ਕੇਂਦਰ ਬਣੀ ਹੋਈ ਹੈ। ਚਰਚਾ ਇਸ ਕਰਕੇ ਨਹੀਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਵੀ ਸ਼ਾਇਦ ਸਮਾਜ ਨੂੰ ਬਦਲ ਦੇਣ ਦੀ ਲੜਾਈ ਜਿਹੜੀ ਸਾਡੇ ਨੌਜਵਾਨ ਲੜਿਆ ਕਰਦੇ ਆ, ਉੱਦਾਂ ਦੀ ਕੋਈ ਆਵਾਜ਼ ਉੱਥੋਂ ਆ ਰਹੀ ਹੈ। ਉਹ ਆਵਾਜ਼ਾਂ ਵੀ ਉੱਥੋਂ ਆਉਂਦੀਆਂ ਰਹੀਆਂ, ਪਰ ਅੱਜ ਕੱਲ੍ਹ ਆਵਾਜ਼ ਇੱਦਾਂ ਦੀ ਆ ਰਹੀ ਹੈ ਕਿ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹੌਲੀ ਹੌਲੀ ਪੰਜਾਬ ਤੋਂ ਖੋਹ ਹੀ ਲਿਆ ਜਾਣਾ ਹੈ। ਸੋ ਇਸ ਕਰਕੇ ਅੱਜ ਅਸੀਂ ਚਰਚਾ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਉਹਦਾ ਕਿਵੇਂ ਭਗਵਾਂਕਰਨ ਕੀਤਾ ਜਾ ਰਿਹਾ, ਕਿਵੇਂ ਪੰਜਾਬ ਦੇ ਬਹੁਤ ਸਾਰੇ ਕਾਲਜਿਸ ਜਿਹੜੇ ਲਗਭਗ 200 ਦੇ ਕਰੀਬ ਕਾਲਜ ਹੈ ਉਹਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਡਿਸਐਫੀਲੀਏਟ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ। ਨਾਲ ਦੀ ਨਾਲ ਗੱਲ ਕਰਾਂਗੇ ਦੇਸ਼ ਭਰ ਦੇ ਇਸੇ ਤਰ੍ਹਾਂ ਦੇ ਬਾਕੀ ਅਦਾਰਿਆਂ ਦੀ, ਜਿਨ੍ਹਾਂ ਅਦਾਰਿਆਂ ਦੇ ਵਿੱਚ ਘੁਸਪੈਠ ਕੀਤੀ ਜਾ ਰਹੀ ਹੈ ਅਤੇ ਚਿੰਤਨ ਜਿਹੜਾ ਖਤਮ ਕੀਤਾ ਜਾ ਰਿਹਾ ਅਤੇ ਕੁਝ ਉਹ ਲੋਕ ਉੱਥੇ ਫਿੱਟ ਕੀਤੇ ਜਾ ਰਹੇ ਨੇ ਜਿਹੜੇ ਸ਼ਾਇਦ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਏਜੰਡਾ ਆ ਉਹਨੂੰ ਪੂਰਾ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਵਾਲੇ ਨੇ। ਸੋ ਇਸ ਦੇਸ਼ ਨੂੰ ਇੱਕ ਰੰਗਾ ਬਣਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਉਹਦੇ ਵਿੱਚੋਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਨਿਕਲ ਕੇ ਆਉਂਦਾ ਹੈ। ਸੋ ਕੁਝ ਗੱਲਾਂ ਹੋਰ ਕਰਾਂਗੇ, ਨਾਲ ਦੀ ਨਾਲ ਕਿਸਾਨ ਅੰਦੋਲਨ ਦੀ ਵੀ ਥੋੜ੍ਹੀ ਜਿਹੀ ਗੱਲ ਹੋਏਗੀ ਕਿਉਂਕਿ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਇੱਕ ਸਹਿਯੋਗੀ ਜਥੇਬੰਦੀ ਬਣ ਕੇ ਕਾਰਜਸ਼ੀਲ ਹੈ। ਸੋ ਡਾਕਟਰ ਸੁਖਦੇਵ ਸਿੰਘ ਸਿਰਸਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਸੁਸ਼ੀਲ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਦੇਸ਼ ਦੇ, ਜੀ ਤੁਸੀਂ ਕੀ ਸਮਝਦੇ ਆ ਵੀ ਜਿਹੜੇ ਸਾਡੇ ਸੰਵਿਧਾਨਕ ਅਦਾਰੇ ਆ ਜੀ ਜੀ ਉਹਨਾਂ ਸੰਵਿਧਾਨਕ ਅਦਾਰਿਆਂ ਦੇ ਵਿੱਚ ਜਿਹਦੇ 'ਚ ਯੂਨੀਵਰਸਿਟੀਆਂ ਵੀ ਆਉਂਦੀਆਂ ਨੇ, ਇਹਦੇ ਵਿੱਚ ਚੋਣ ਕਮਿਸ਼ਨ ਵੀ ਆਉਂਦਾ ਆ, ਈਵਨ ਸੁਪਰੀਮ ਕੋਰਟ 'ਤੇ ਵੀ ਕੁਝ ਅਸਰ ਦੇਖਿਆ ਜਾ ਰਿਹਾ। ਜਿਸ ਤਰ੍ਹਾਂ ਦੀ ਘੁਸਪੈਠ ਹੋ ਰਹੀ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦਾ ਮਾਹੌਲ ਕਿੱਦਾਂ ਦਾ ਬਣੇਗਾ? ਦੇਖੋ ਸੁਸ਼ੀਲ ਜੀ, 2014 ਤੋਂ ਬਾਅਦ ਜੀ ਜਿਹੜੀ ਇਹ ਸੈਕੰਡ ਟਨਿਓਰ ਹੈਗੀ ਹੈ ਬੀਜੇਪੀ ਦੀ ਗਵਰਨਮੈਂਟ ਦੀ, ਜੀ ਮੈਜੋਰਟੀ ਇਹਨਾਂ ਕੋਲ ਜ਼ਿਆਦਾ ਹੋਣ ਕਰਕੇ 2014 ਤੋਂ ਬਾਅਦ ਇਹ ਆਪਣਾ ਅਸਲੀ ਰੰਗ ਦਿਖਾਉਣਾ ਇਹਨਾਂ ਨੇ ਸ਼ੁਰੂ ਕੀਤਾ। ਜੀ ਇੱਕ ਦੇਸ਼ ਇੱਕ ਸੰਵਿਧਾਨ ਦੀਆਂ ਗੱਲਾਂ ਕਰਦੇ ਕਰਦੇ ਹੁਣ ਇੱਕ ਰਾਸ਼ਟਰ ਇੱਕ ਭਾਸ਼ਾ ਤੱਕ ਵੀ ਆ ਗਿਆ। ਇੱਕ ਧਰਮ ਦੀ ਗੱਲ ਵੀ ਪਹਿਲਾਂ ਹੋਈ, ਇੱਕ ਧਰਮ ਤੇ ਹੁਣ ਇੱਕ ਭਾਸ਼ਾ ਤੱਕ ਵੀ ਇਹ ਆ ਗਿਆ। ਜੀ ਸੋ ਹਰ ਸੰਵੇਦਨਸ਼ੀਲ ਵਿਅਕਤੀ, ਹਰ ਚਿੰਤਨਸ਼ੀਲ ਜਿਹੜਾ ਵਿਅਕਤੀ ਆ, ਉਹ ਇਸ ਗੱਲ ਦੀ ਬਹੁਤ ਚਿੰਤਾ ਕਰ ਰਿਹਾ ਕਿ ਭਾਰਤੀ ਸੰਵਿਧਾਨ ਦਾ ਜਿਹੜਾ ਸੈਕੂਲਰ ਸਰੂਪ ਸੀ, ਭਾਰਤੀ ਸੰਵਿਧਾਨ ਦਾ ਜਿਹੜਾ ਲੋਕਤਾਂਤਰਿਕ ਸਰੂਪ ਸੀ, ਉਸ ਲੋਕਤਾਂਤਰਿਕ ਸਰੂਪ ਨੂੰ ਤੇ ਉਹਦੇ ਸੈਕੂਲਰ ਸਰੂਪ ਨੂੰ ਢਾਹ ਲਈ ਜਾ ਰਹੀ ਹੈ। ਔਰ ਜਿਹੜੇ ਹਿੰਦੂਤਵ ਦਾ ਏਜੰਡਾ ਆ ਉਹਦੇ ਤਹਿਤ ਬੀਜੇਪੀ ਨਿੱਠ ਕੇ ਸਾਡੀ ਇੱਕ ਵੱਡੀ ਜਿਹੜੀ ਮਿਨੋਰਟੀ ਹੈ ਹਿੰਦੁਸਤਾਨ ਦੀ, ਇੱਕ ਵੱਡੀ ਘੱਟ ਗਿਣਤੀ ਜਿਹੜੀ ਆ, ਉਹ ਇਸ ਵੇਲੇ ਇੰਨੀ ਦਬਾਅ ਦੇ ਵਿੱਚ ਆ ਕਿ ਉਹ ਆਪਣੇ ਦਿਲ ਦਾ ਜਿਹੜਾ ਦੁੱਖ ਆ, ਦਰਦ ਆ, ਉਹਨੂੰ ਵੀ ਨਹੀਂ ਬਿਆਨ ਕਰ ਰਹੀ। ਸੋ ਇਹ 47 ਤੋਂ ਬਾਅਦ ਮੈਂ ਸਮਝਦਾ ਕਿ ਪਹਿਲੀ ਵਾਰ ਹੋਇਆ ਕਿ ਹਿੰਦੁਸਤਾਨ ਦਾ ਆਮ ਨਾਗਰਿਕ ਇੰਨਾ ਡਰਿਆ ਹੋਇਆ ਹੈ। ਡਾਕਟਰ ਸਾਹਿਬ, ਇਹਦੇ ਬਾਰੇ ਆਪਾਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿਉਂਕਿ ਇਹ ਸ਼ੁਰੂਆਤੀ ਗੱਲਬਾਤ ਆਪਾਂ ਕਰ ਰਹੇ ਹਾਂ। ਤੁਸੀਂ ਘੱਟ ਗਿਣਤੀਆਂ ਦਾ ਵੀ ਜ਼ਿਕਰ ਕੀਤਾ, ਇਹਦੇ ਬਾਰੇ ਵੀ ਚਰਚਾ ਕਰਾਂਗੇ, ਪਰ ਇਸ ਤੋਂ ਪਹਿਲਾਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚਰਚਾ ਕਰਨਾ ਚਾਹੁੰਦਾ ਕਿਉਂਕਿ ਕੁਝ ਸਮੇਂ ਤੋਂ ਇੱਕਦਮ ਫੇਰ ਤੋਂ ਇਹ ਚਰਚਾ ਚੱਲ ਪਈ ਹੈ। ਨਵੀਂ ਤੁਹਾਡੀ ਹਾਈ ਪਾਵਰ ਅਥਾਰਟੀ ਹੈ, ਉਹਨੇ ਕੁਝ ਨਵੀਆਂ ਇੰਸਟਰਕਸ਼ਨ ਜਾਰੀ ਕੀਤੀਆਂ। ਰਿਐਲਿਟੀ ਕੀ ਹੈ ਅਸਲ ਦੇ ਵਿੱਚ? ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਲੁਕ ਜਾਂਦੀਆਂ, ਪਤਾ ਨਹੀਂ ਲੱਗਦਾ ਸਧਾਰਨ ਬੰਦੇ ਨੂੰ। ਜਦੋਂ ਅਸੀਂ ਗੱਲ ਕਰਦੇ ਹਾਂ ਵੀ ਲਓ ਜੀ ਪੰਜਾਬ ਯੂਨੀਵਰਸਿਟੀ 'ਚ ਆਹ ਕੁਝ ਹੋ ਰਿਹਾ ਜੀ, ਅਤੇ ਇਹ ਤਾਂ ਜੀ ਐਂ ਲੱਗਦਾ ਵੀ ਚੰਡੀਗੜ੍ਹ ਤੋਂ ਜਿਹੜਾ ਪੰਜਾਬ ਦਾ ਦਾਅਵਾ ਆ ਉਹ ਲਗਭਗ ਖਤਮ ਕਰਨ ਦੀ ਕੋਸ਼ਿਸ਼ ਹੈ। ਅਤੇ ਤੁਸੀਂ ਕੀ ਸਮਝਦੇ ਹੋ ਅਸਲ ਰਿਐਲਿਟੀ ਕੀ ਹੈ? ਜੀ ਸੁਸ਼ੀਲ ਜੀ, ਤੁਸੀਂ ਬਿਲਕੁਲ ਸਹੀ ਜਿਹੜਾ ਹੈਗਾ ਨਾ ਇਹਦਾ ਵਿਸ਼ਲੇਸ਼ਣ ਕੀਤਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹੌਲੀ ਹੌਲੀ ਖੋਹ ਕੇ ਕੇਂਦਰ ਦੇ ਅਧੀਨ ਕਰਕੇ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਦਾਅਵਾ ਕਮਜ਼ੋਰ ਕੀਤਾ ਜਾਵੇ। ਦੇਖੋ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਬਹੁਤ ਹੀ ਸ਼ਾਨਾਮਤਾ ਇਤਿਹਾਸ ਆ। 14 ਅਕਤੂਬਰ 1882 ਨੂੰ ਬ੍ਰਿਟਿਸ਼ ਗਵਰਨਮੈਂਟ ਨੇ ਇਹ ਯੂਨੀਵਰਸਿਟੀ ਸਥਾਪਿਤ ਕੀਤੀ ਸੀ ਔਰ ਇਹ ਹਿੰਦੁਸਤਾਨ ਦੀ ਚੌਥੀ ਯੂਨੀਵਰਸਿਟੀ ਸੀ। ਇਸ ਤੋਂ ਪਹਿਲਾਂ 1857 ਦੇ ਵਿੱਚ ਕੈਲਕਟਾ ਯੂਨੀਵਰਸਿਟੀ, ਮਦਰਾਸ ਯੂਨੀਵਰਸਿਟੀ ਔਰ ਇਹਦੇ ਨਾਲ ਇੱਕ ਯੂਨੀਵਰਸਿਟੀ ਹੋਰ ਸੀਗੀ ਉਸ ਵੇਲੇ ਬੰਬੇ।
मतलब सब तो पहली यूनिवर्सिटी 1857 ਚ ਕੈਲਕਟਾ ਬਣਦੀ ਹੈ ਜੀ ਫਿਰ ਬੰਬੇ ਯੂਨੀਵਰਸਿਟੀ ਬਣਦੀ ਹੈ ਫਿਰ ਮद्रास ਯੂਨੀਵਰਸਿਟੀ ਬਣਦੀ ਚੌਥੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਲਾਹੌਰ ਸੀ ਜੀ ਇਸ ਯੂਨੀਵਰਸਿਟੀ ਨੂੰ ਬਣਾਉਣ ਦਾ ਮਕਸਦ ਇਹ ਸੀ ਜੀ ਕਿ ਬਰਤਾਨਵੀ ਅਧਿਕਾਰੀ ਇਹ ਮਹਿਸੂਸ ਕਰਦੇ ਸੀ ਜੀ ਕਿ ਨਵੇਂ ਗਿਆਨ ਤੇ ਨਵੀਂ ਤਕਨਾਲੋਜੀ ਦਾ ਗਿਆਨ ਦੇ ਕੇ ਹੀ ਉੱਤਰੀ ਭਾਰਤ ਦਾ ਵਿਕਾਸ ਕੀਤਾ ਜਾ ਸਕਦਾ ਜੀ। ਕਿਉਂਕਿ ਵਿਕਾਸ ਉਹਨਾਂ ਨੇ ਸਾਡੀ ਖੁਸ਼ੀ ਲਈ ਨਹੀਂ ਸੀ ਕਰਨਾ ਸਾਡੀ ਖੁਸ਼ਹਾਲੀ ਲਈ ਨਹੀਂ ਸੀ ਕਰਨਾ ਜੀ ਕਿਉਂਕਿ ਅੰਗਰੇਜ਼ ਸਰਮਾਏਦਾਰ ਸੀ ਵਪਾਰੀ ਸੀ ਹਾਂਜੀ ਉਹਨਾਂ ਨੇ ਹਿੰਦੁਸਤਾਨ ਦੇ ਇਸ ਉੱਤਰੀ ਖਿੱਤੇ ਤੇ ਉਹਨਾਂ ਦੀ ਅੱਖ ਇਸ ਕਰਕੇ ਸੀ ਕਿ ਇਹ ਕਾਟਨ ਪੈਦਾ ਕਰਨ ਵਾਲਾ ਇਲਾਕਾ ਸੀ ਜੀ ਸੋ 1882 ਦੇ ਵਿੱਚ ਯੂਨੀਵਰਸਿਟੀ ਬਣੀ ਜੀ ਇਹਦਾ ਇਤਿਹਾਸ ਇਸ ਕਰਕੇ ਵੀ ਸ਼ਾਨਾ ਮੱਤਾ ਆ ਕਿ ਇਸ ਯੂਨੀਵਰਸਿਟੀ ਨੇ 2 ਨੋਬਲ laureate ਪੈਦਾ ਕੀਤੇ ਨੇ ਅੱਛਾ ਜੀ ਆਬਦ ਸਲਾਮ ਜੀ ਜਿਹੜੇ ਫਿਜ਼ਿਕਸ ਵਿੱਚ ਨੋਬਲ laureate ਸੀ ਜੀ। ਤੇ ਹਰਗੋਬਿੰਦ ਖੁਰਾਣਾ ਜੀ ਔਰ ਜੇ ਆਪਾਂ ਸਿਆਸੀ ਤੌਰ ਤੇ ਵੀ ਦੇਖੀਏ ਡਾਕਟਰ ਮਨਮੋਹਨ ਸਿੰਘ ਜੀ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਵੀ ਰਹੇ ਅਧਿਆਪਕ ਤੇ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹ 47 ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਬਣਦੀ ਹੈ ਉਹਦੇ ਵਿੱਚ ਉਹ ਅਧਿਆਪਕ ਵੀ ਰਹੇ ਅਧਿਆਪਕ ਵੀ ਸੋ ਜੀਐਸ ਭੱਲਾ ਹੋਣ ਚਾਹੇ ਜੀ ਹੋਰ ਬੜੇ ਵੱਡੇ ਨਾਂ ਨੇ ਇਹਦਾ ਮੈਨੂੰ ਇਹ ਦੱਸੋ ਵੀ ਇਸ ਵੇਲੇ ਥੋੜੀ ਜੀ ਕਿੱਦਾਂ ਦੀ ਸਥਿਤੀ ਹੈ ਕਿੰਨੇ ਕਾਲਜ ਨੇ ਪੰਜਾਬ ਦੇ ਜਿਹੜੀ ਇਸ ਯੂਨੀਵਰਸਿਟੀ ਨਾਲ ਜੁੜੇ ਆ ਇਸ ਯੂਨੀਵਰਸਿਟੀ ਦੇ ਨਾਲ ਕਾਲਜ ਕਿੰਨੇ ਜੁੜੇ ਹੋਏ ਆ ਪੰਜਾਬ ਦਾ ਦਾਅਵਾ ਕਿਉਂ ਇਹਦੇ ਤੇ ਹੈਗਾ ਤੇ ਇਹਦਾ ਵਿੱਤੀ ਪ੍ਰਬੰਧ ਕਿੱਦਾਂ ਹੁੰਦਾ ਹੈ ਦੇਖੋ ਮਤਲਬ ਥੋੜੀ ਜਿਹੀ ਟੈਕਨੀਕਲੀ ਵੀ ਸਾਨੂੰ ਚੀਜ਼ਾਂ ਸਮਝ ਆਉਣ ਦੇਖੋ ਇਸ ਯੂਨੀਵਰਸਿਟੀ ਕੋਲੇ ਬਹੁਤ ਸ਼ਾਨਦਾਰ ਇਤਿਹਾਸ ਵੀ ਆ ਜੀ ਤੇ ਵੱਡਾ ਕੈਂਪਸ ਆ 550 ਏਕੜ ਲਗਭਗ 2.5 ਕਿਲੋਮੀਟਰ ਦੇ ਏਰੀਏ 'ਚ ਯੂਨੀਵਰਸਿਟੀ ਫੈਲੀ ਹੋਈ ਆ ਹਾਂਜੀ 178 ਕਾਲਜ ਨੇ ਜਿਹੜੇ ਪੰਜਾਬ ਦੇ ਇਹਦੇ ਨਾਲ ਐਫੀਲੀਏਟਡ ਨੇ ਉਹ ਅੱਛਾ ਇਸ ਤੋਂ ਬਿਨਾ 4 ਸਾਡੇ ਕੋਲੇ ਰੀਜਨਲ ਸੈਂਟਰ ਨੇ ਕੌਣੀ ਮੁਕਤਸਰ ਸਾਹਿਬ ਅੱਛਾ ਜੀ ਹੁਸ਼ਿਆਰਪੁਰ ਤੇ ਲੁਧਿਆਣਾ ਇਹ ਬਹੁਤ ਮਾਲਵੇ ਦੇ ਜ਼ਿਲ੍ਹੇ ਕਵਰ ਕਰਦੀ ਹੈ ਮਾਲਵੇ ਦੇ ਜਿਹੜੇ ਜ਼ਿਲ੍ਹੇ ਨੇ ਉਹਦੇ 'ਚ ਲੁਧਿਆਣਾ ਮੋਗਾ ਅੱਛਾ ਜੀ ਫਿਰੋਜ਼ਪੁਰ ਅੱਛਾ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਫਾਜ਼ਿਲਕਾ ਤੇ ਮੁਕਤਸਰ ਅੱਛਾ ਜੀ ਤੇ ਹੁਸ਼ਿਆਰਪੁਰ ਇਹ ਜ਼ਿਲ੍ਹੇ ਇਹਦੇ ਨਾਲ ਜੁੜੇ ਹੋਏ ਨੇ ਪੰਜਾਬ ਦਾ ਬਹੁਤ ਵੱਡਾ ਹਿੱਸਾ ਆ ਜਿਹਨੂੰ ਯੂਨੀਵਰਸਿਟੀ ਕੇਟਰ ਕਰਦੀ ਹੈ ਲੌਜਿਕ ਕੀ ਹੈ ਇਹਨਾਂ ਕਾਲਜਾਂ ਨੂੰ ਇਸ ਯੂਨੀਵਰਸਿਟੀ ਤੋਂ ਛਾਂਗਣ ਦਾ ਲੌਜਿਕ ਕੀ ਹੈ ਅਸਲ 'ਚ ਜਿਹੜੀ ਨਵੀਂ ਸਾਡਾ ਪ੍ਰਸ਼ਾਸਨ ਹੈ ਜਾਂ ਸਾਡਾ ਨਵਾਂ ਵਾਈਸ ਚਾਂਸਲਰ ਆ ਹਾਂਜੀ ਇਹ ਪਹਿਲੀ ਵਾਰ ਹੋਇਆ ਕਿ ਇੰਨਾ ਅਕਾਦਮਿਕ ਪੱਖੋਂ ਇੰਨਾ ਕਮਜ਼ੋਰ ਵਾਈਸ ਚਾਂਸਲਰ ਆਇਆ ਹੋਵੇ ਔਰ ਇਹ ਪਹਿਲਾ ਵਾਈਸ ਚਾਂਸਲਰ ਆ ਕਿ ਜਿਹਨੇ ਆਪਣੇ ਘਰ ਦੇ ਉੱਤੇ ਤਰਸ਼ੂਲ ਲਗਾਇਆ ਹੋਵੇ ਔਰ ਇਹ ਪਹਿਲਾ ਵਾਈਸ ਚਾਂਸਲਰ ਜਿਹਨੇ ਇੱਥੋਂ ਦੀ ਸਾਰੀ ਜਿਹੜੀ ਡੈਮੋਕ੍ਰੈਟਿਕ ਪ੍ਰਕਿਰਿਆ ਸੀ ਸੈਨਟ ਸਿੰਡੀਕੇਟ ਦੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਇਹਨੂੰ ਕਮਜ਼ੋਰ ਥੋੜ੍ਹਾ ਕਹਿ ਸਕਦੇ ਇਹਦਾ ਮਤਲਬ ਇੱਕ ਏਜੰਡੇ ਦੇ ਤਹਿਤ ਇਹਨੂੰ ਲਿਆਂਦਾ ਗਿਆ ਜੀ ਜੀ ਬਿਲਕੁਲ ਜਿਹੜਾ ਵਾਈਸ ਚਾਂਸਲਰ ਆ ਕੇ ਆਪਣੇ ਘਰ ਤੇ ਤਰਸ਼ੂਲ ਲਾ ਦਿੰਦਾ ਬਿਲਕੁਲ ਇਹਦਾ ਮਤਲਬ ਇਹ ਕਮਜ਼ੋਰ ਨਹੀਂ ਹੈ ਇੱਕ ਏਜੰਡੇ ਦੇ ਤੌਰ ਤੇ ਉਹਨੂੰ ਕੋਈ ਕੰਮ ਸੌਂਪਿਆ ਗਿਆ ਨਾ ਦੇਖੋ ਤੇ ਉਹ ਲੌਜਿਕ ਕੀ ਦੇ ਰਿਹਾ ਜਿਹੜੀ ਮੈਂ ਗੱਲ ਪੁੱਛ ਰਿਹਾ ਮੈਂ ਉਹ ਕਹਿ ਰਿਹਾ ਸੀਗਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਅੱਛਾ ਜੀ ਕੋਸ਼ਿਸ਼ ਇਹ ਕੀਤੀ ਕਿ ਚਾਂਸਲਰ ਨੇ ਇੱਕ ਕਮੇਟੀ ਬਣਾਈ ਹਾਈ ਪਾਵਰ ਕਮੇਟੀ ਹਾਈ ਪਾਵਰ ਕਮੇਟੀ ਬਣਾਈ ਉਸ ਹਾਈ ਪਾਵਰ ਕਮੇਟੀ ਨੇ 4 ਰਿਕਮੈਂਡੇਸ਼ਨਸ ਕੀਤੀਆਂ ਅੱਛਾ ਪਹਿਲੀ ਰਿਕਮੈਂਡੇਸ਼ਨ ਉਹਦੀ ਇਹ ਸੀ ਕਿ ਇਸ ਯੂਨੀਵਰਸਿਟੀ ਦਾ ਪ੍ਰਬੰਧ ਚਲਾਉਣ ਵਾਲੀ ਜਿਹੜੀ ਸੰਸਥਾ ਆ ਜਿਹਨੂੰ ਅਸੀਂ ਸੈਨੇਟ ਕਹਿੰਦੇ ਆ ਹਾਂਜੀ ਸੈਨੇਟ ਜਿਹੜੀ ਸਾਡੀ ਹੈਗੀ ਆ ਉਹਦੇ ਚ 49 ਚੁਣੇ ਹੋਏ ਮੈਂਬਰ ਹੁੰਦੇ ਆ ਜੀ ਜੀ 36 ਨੋਮੀਨੇਟ ਮੈਂਬਰ ਹੁੰਦੇ ਆ ਇਦੋਂ ਬਿਨਾਂ ਕੁਝ ਐਕਸ ਐਫੀਸੋ ਮੈਂਬਰ ਹੁੰਦੇ ਆ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਅੱਛਾ ਜੀ ਪੰਜਾਬ ਦੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਸੀਗਾ ਚੀਫ ਜਸਟਿਸ ਹਾਂਜੀ ਇਦੋਂ ਬਿਨਾਂ ਡੀਪੀਆਈ ਪੰਜਾਬ ਦੇ ਤੇ ਡਿਊਟੀ ਦੇ ਦੋਹਾਂ ਡੀਪੀਆਈ ਜੀ ਈਐਮ ਐਜੂਕੇਸ਼ਨ ਮਿਨਿਸਟਰ ਤੇ ਦੋਨੇ ਐਜੂਕੇਸ਼ਨ ਸੈਕਟਰੀ ਜੀ ਕੁੱਲ ਮਿਲਾ ਕੇ ਸਾਡੀ ਇਸ ਸੈਨੇਟ ਦੇ ਵਿੱਚ 93 ਮੈਂਬਰ ਹੁੰਦੇ ਆ ਜਿਹਦੇ ਚੋਂ ਮੈਜੋਰਟੀ 49 ਮੈਂਬਰ ਚੁਣ ਕੇ ਆਉਂਦੇ ਆ ਅੱਛਾ ਜੀ 36 ਮੈਂਬਰ ਜਿਹੜੇ ਨੋਮੀਨੇਟ ਵੀ ਕੀਤੇ ਜਾਂਦੇ ਆ ਇਸ ਤੋਂ ਪਹਿਲਾਂ ਨੋਮੀਨੇਟ ਉਹ ਲੋਕ ਕੀਤੇ ਜਾਂਦੇ ਸੀ ਜਿਹੜੇ ਆਰਥਿਕਤਾ ਦੇ ਖੇਤਰ ਦੇ ਵਿੱਚ ਅਕਾਦਮਿਕਤਾ ਦੇ ਖੇਤਰ ਵਿੱਚ ਕਲਾ ਦੇ ਖੇਤਰ ਵਿੱਚ ਵੱਡੀਆਂ ਹਸਤੀਆਂ ਹੁੰਦੀਆਂ ਸੀ ਇਹ ਪਹਿਲੀ ਵਾਰ ਆ ਕਿ ਜਦੋਂ ਪਿਛਲੀ ਵਾਰ ਬੀਜੇਪੀ ਸਰਕਾਰ ਆਈ ਆ ਇਹਨਾਂ ਨੇ ਆਪਦੇ ਸੁਧਾਰਨ ਵਰਕਰ ਜਿਹੜੇ ਸੀਗੇ ਇਹਦੇ ਚ ਨੋਮੀਨੇਟ ਕੀਤੇ ਪੋਲੀਟੀਕਲ ਨੋਮੀਨੇਸ਼ਨ ਹੋ ਬਿਲਕੁਲ ਇਸ ਵਾਰ ਵਾਈਸ ਚਾਂਸਲਰ ਦੀ ਕੋਸ਼ਿਸ਼ ਇਹ ਸੀ ਕਿ ਕਰੋਨਾ ਦੇ ਬਹਾਨੇ ਇਸ ਜਿਹੜੀ ਇਲੈਕਟਡ ਬਾਡੀ ਆ ਸੈਨੇਟ ਇਹਦਾ ਜਿਹੜਾ ਡੈਮੋਕ੍ਰੈਟਿਕ ਜਿਹੜਾ ਹੈਗਾ ਸਾਰਾ ਸਿਸਟਮ ਆ ਜੀ ਇਹਨੂੰ ਦਬਾ ਦਿੱਤਾ ਜਾਵੇ ਨਤੀਜਾ ਕੀ ਹੋਇਆ ਕਿ 1 ਸਾਲ ਤੱਕ ਤਾਂ ਉਹਨਾਂ ਨੇ ਚੋਣ ਟਾਲੀ ਰੱਖੀ ਇਹਦੀ ਅੱਛਾ ਜੀ ਹੁੰਦਾ ਕੀ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਗਵਰਨਿੰਗ ਬਾਡੀ ਆ ਉਹ ਸੈਨੇਟ ਆ ਅੱਛਾ ਜੀ ਔਰ ਉਹਦੇ ਵਿੱਚੋਂ ਸਿੰਡੀਕੇਟ ਚੁਣੀ ਜਾਂਦੀ ਆ ਜਿਹਦੇ ਚ 15 ਮੈਂਬਰ ਹਰ ਸਾਲ ਚੁਣ ਕੇ ਆਉਂਦੇ ਆ ਸੈਨੇਟ ਗਾਂ ਸਿੰਡੀਕੇਟ ਸੈਨੇਟ ਨੇ ਸਾਲ ਚ 3 ਵਾਰ ਮਿਲਣਾ ਹੁੰਦਾ ਆ ਅੱਛਾ ਜੀ ਸਿੰਡੀਕੇਟ ਨੇ ਹਰ ਮਹੀਨੇ ਮਿਲਣਾ ਹੁੰਦਾ ਆ ਤੇ ਡੇ ਟੂ ਡੇ ਕੰਮ ਦੇਖਣਾ ਹੁੰਦਾ ਆ ਜੀ ਪਰ ਵਾਈਸ ਚਾਂਸਲਰ ਆਪਣੀ ਕੋਈ ਵੀ ਪਾਵਰ ਐਕਸਰਸਾਈਜ਼ ਨਹੀਂ ਕਰ ਸਕਦਾ ਸੈਨੇਟ ਤੇ ਸਿੰਡੀਕੇਟ ਤੋਂ ਬਿਨਾਂ ਵਾਈਸ ਚਾਂਸਲਰ ਨੇ ਕੀ ਕੀਤਾ ਕਿ ਸੈਨੇਟ ਦੀ ਮੀਟਿੰਗ ਕੋਈ ਨਹੀਂ ਬੁਲਾਈ ਸਿੰਡੀਕੇਟ ਦੀ ਮੀਟਿੰਗ ਕੋਈ ਨਹੀਂ ਬੁਲਾਈ ਆਪਣੀ ਕੋਟਰੀ ਰਾਹੀਂ ਇਹਨੇ ਬਹੁਤ ਸਾਰੇ ਨਜਾਇਜ਼ ਉਸਾਰੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਰੌਲਾ ਪੈ ਰਿਹਾ ਲੋਕ ਕਰਪਸ਼ਨ ਦੀਆਂ ਗੱਲਾਂ ਉਠਾ ਰਹੇ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਇਹਦੀ ਵੀਟੋ ਪਾਵਰ ਹੈ ਇਲੀਗਲ ਹੈ ਸਾਰਾ ਇਹ ਸਾਰਾ ਇਲੀਗਲ ਪਹਿਲੀ ਗੱਲ ਤਾਂ ਇਹ ਮੈਂ ਪਾਣੀ ਦਾ ਘੁੱਟ ਲੈ ਲਾਂ ਜੀ ਜੀ ਕੋਈ ਪਹਿਲੀ ਗੱਲ ਇਹ ਆ ਕਿ ਚਾਂਸਲਰ ਸਾਹਿਬ ਕੋਲੇ ਕੋਈ ਪਾਵਰ ਨਹੀਂ ਜੀ ਕਿ ਉਹ ਹਾਈ ਪਾਵਰ ਕਮੇਟੀ ਨੋਮੀਨੇਟ ਕਰਨ ਜੀ ਚਾਂਸਲਰ ਨੇ ਵਾਈਸ ਚਾਂਸਲਰ ਦੀਆਂ ਰਿਕਮੈਂਡੇਸ਼ਨਸ ਨੂੰ ਦੇਖਣਾ ਹੁੰਦਾ ਆ ਜੀ
ਬਾਈ ਚਾਂਸਲਰ ਦੀ ਹਰ ਰਿਕਮੈਂਡੇਸ਼ਨ ਜੀ ਸੈਨੇਟ ਸਿੰਡੀਕੇਟ ਦੁਆਰਾ ਅਪਰੂਵ ਕੀਤੀ ਹੁੰਦੀ ਆ। ਅੱਛਾ ਜੀ ਸੋ ਇਹਨਾਂ ਨੇ ਕੀਤਾ ਕੀ ਹੈ, ਨਵਾਂ ਸਟਰਕਚਰ ਘਟਾਤਾ। ਅੱਛਾ ਜੀ 93 ਮੈਂਬਰਾਂ ਤੋਂ ਘਟਾ ਕੇ ਇਹ 47 ਮੈਂਬਰਾਂ ਤੱਕ ਇਸ ਸਟਰਕਚਰ ਨੂੰ ਲੈ ਕੇ ਆਉਣਾ ਚਾਹੁੰਦੇ ਆ। ਜੀ ਜੀ ਜਿਹਦੇ 'ਚ ਇਹਨਾਂ ਨੇ ਕੀਤਾ ਕੀ ਕਿ ਜਿਹੜੇ ਸਭ ਤੋਂ ਇਸ ਸੈਨੇਟ ਦੇ ਵਿੱਚ ਜਿਹੜੇ ਸਭ ਤੋਂ ਵੱਧ ਐਕਸਪੀਰੀਅੰਸਡ ਲੋਕ ਹੁੰਦੇ ਨੇ ਅੱਛਾ ਜੀ ਉਹ ਗ੍ਰੈਜੂਏਟ ਕੰਸਟੀਚੁਐਂਸੀ ਤੋਂ ਚੁਣ ਕੇ ਆਉਂਦੇ ਨੇ। ਜੀ ਕੋਈ ਵੀ ਗ੍ਰੈਜੂਏਟ ਜਿਹਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ BA MA ਕੀਤੀ ਹੋਵੇ ਜੀ ਉਹ ਇਹ ਚੋਣ ਲੜ ਸਕਦਾ ਆ। ਅੱਛਾ ਜੀ ਮੋਸਟਲੀ ਇਹ ਉਹ ਲੋਕ ਨੇ ਜਿਹੜੇ ਅਕਾਦਮਿਕਤਾ ਨਾਲ ਜੁੜੇ ਹੁੰਦੇ ਨੇ ਜੀ ਔਰ ਬੜੇ ਜਿਹੜੇ ਬਹੁਤ ਜ਼ਿਆਦਾ ਐਕਸਪੀਰੀਅੰਸਡ ਹੁੰਦੇ ਨੇ। ਆਮ ਤੌਰ ਤੇ ਪ੍ਰਿੰਸੀਪਲ ਪੁਰਾਣੇ ਲੋਕ ਸਿਆਸੀ ਤੌਰ ਤੇ ਚੇਤਨ ਲੋਕ ਇਹ ਚੋਣ ਲੜਦੇ ਆ। VC ਨੂੰ ਸਭ ਤੋਂ ਵੱਧ ਖਤਰਾ ਇਹਨਾਂ ਚੁਣੇ ਹੋਏ ਮੈਂਬਰਾਂ ਤੋਂ। ਉਹ ਅੱਛਾ, ਤੇ ਇਸ ਕਰਕੇ ਇਹਦਾ ਮਤਲਬ ਇੱਕ ਤਾਂ ਇਲੈਕਸ਼ਨ ਹਾਲੇ ਡਿਊ ਹੈਗੇ ਆ, ਤੇ ਨਾਲ ਦੀ ਨਾਲ ਇਹ ਵੀ ਨੋਮੀਨੇਸ਼ਨਸ ਜਿਹੜੀਆਂ ਕੋ ਪੋਲੀਟੀਕਲੀ ਕੀਤੀਆਂ ਜਾ ਰਹੀਆਂ। ਤੇ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੇ ਹੁਣ ਹਾਈ ਪਾਵਰ ਕਮੇਟੀ ਦੀਆਂ ਸਿਫਾਰਿਸ਼ਾਂ ਜਿਹੜੀਆਂ ਆ ਗਈਆਂ ਵੀ ਜੇ ਲਗਭਗ ਪੌਣੇ 200 ਦੇ ਕਰੀਬ ਜਿਹੜੇ ਕਾਲਜ ਹੈ, 4 ਰੀਜਨਲ ਸੈਂਟਰ ਹੈ, ਉਹਨਾਂ ਨੂੰ ਡਿਸਐਫੀਲੀਏਟ ਕਰਨ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈ, ਇਹਦੇ 'ਚ ਸਫਲ ਹੋ ਸਕਦੇ ਆ? ਆਪਾਂ ਗੱਲ ਕਰ ਰਹੇ ਸੀ ਸੁਸ਼ੀਲ ਜੀ ਕਿ ਇੱਕ ਤਾਂ ਉਹਨਾਂ ਦੀਆਂ ਰਿਕਮੈਂਡੇਸ਼ਨ ਸੀਗੀਆਂ ਸੈਨੇਟ ਸਿੰਡੀਕੇਟ ਦੀ ਪਾਵਰ ਘਟਾਉਣ ਦੀ, ਹਾਂਜੀ, ਤੇ ਇਸ ਬੋਡੀ ਨੂੰ ਡੈਮੋਕ੍ਰੈਟਿਕ ਤੇ ਚੁਣੀ ਹੋਈ ਬਾਡੀ ਨਾ ਰਵੇ। ਹੁਣ ਵੇਖੋ ਸਿੰਡੀਕੇਟ ਦੇ ਮੈਂਬਰ ਚੁਣ ਕੇ ਆਉਂਦੇ ਆ। ਹਾਂਜੀ, ਹੁਣ ਕੀ ਹੋਏਗਾ ਕਿ 10 ਮੈਂਬਰਾਂ ਨੂੰ ਵਾਈਸ ਚਾਂਸਲਰ ਨੋਮੀਨੇਟ ਕਰੇਗਾ ਆਪਣੀ ਮਰਜ਼ੀ ਨਾਲ ਕਰਦੇ। ਜਿਹੜੇ 15 ਬੰਦੇ ਇਲੈਕਟ ਹੋ ਕੇ ਆਉਣੇ ਸੀ ਗ੍ਰੈਜੂਏਟ ਕੰਸਟੀਚੁਐਂਸੀ ਚ, ਉਹਦੇ ਚੋਂ ਵਾਈਸ ਚਾਂਸਲਰ 4 ਬੰਦਿਆਂ ਨੂੰ ਨੋਮੀਨੇਟ ਕਰੇਗਾ। ਅੱਛਾ ਜੀ, ਮਤਲਬ ਪਹਿਲਾਂ 36 ਨੋਮੀਨੇਟ ਕਰਦੇ ਸੀ, ਹੁਣ 36 + 4। ਅੱਛਾ ਜੀ, ਹੁਣ 47 ਦੇ ਵਿੱਚੋਂ ਬਹੁਤੇ ਜਿਹੜੇ ਲੋਕ ਨੋਮੀਨੇਟਡ ਹੋਣਗੇ ਜਿਹੜੇ ਵਾਈਸ ਚਾਂਸਲਰ ਦੀ ਬੋਲੀ ਬੋਲਣਗੇ। ਦੂਸਰੀ ਗੱਲ ਇਹਨਾਂ ਨੇ ਰਿਕਮੈਂਡੇਸ਼ਨ ਇਹ ਕੀਤੀ ਜੀ ਕਿ ਰੋਪੜ ਤੇ ਮੋਹਾਲੀ ਦੇ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੋੜ ਦਿੱਤੇ ਜਾਣ। ਅੱਛਾ ਜੀ, ਤੇ ਜਿਹੜੇ ਕਾਲਜ ਸੀ ਮੋਗੇ ਤੋਂ ਪਰਾਂ ਦੇ ਕਾਲਜ, ਮੋਗੇ ਦਾ ਜ਼ਿਕਰ ਕਿਤੇ ਨਹੀਂ ਇਹਨਾਂ ਨੇ ਕੀਤਾ, ਪਰ ਇਹਨਾਂ ਨੇ 250 ਕਿਲੋਮੀਟਰ ਸ਼ਬਦ ਪਾ ਦਿੱਤਾ ਕਿ ਜਿਹੜੇ 250 ਕਿਲੋਮੀਟਰ ਦੂਰ ਵਾਲੇ ਕਾਲਜ ਨੇ ਉਹ ਇਸ ਯੂਨੀਵਰਸਿਟੀ ਨਾਲੋਂ ਤੋੜ ਦਿੱਤੇ ਜਾਣ। ਨਤੀਜਾ ਕੀ ਹੋਏਗਾ? ਫਿਰੋਜ਼ਪੁਰ ਦੇ, ਫਾਜ਼ਿਲਕਾ ਦੇ, ਮੁਕਤਸਰ ਜ਼ਿਲ੍ਹਿਆਂ ਦੇ ਕਾਲਜ, ਹੋਰ ਤਹਿਸੀਲ ਦੇ ਸਾਰੇ ਕਾਲਜ ਬਾਹਰ ਹੋ ਜਾਣਗੇ। ਕਾਰਨ ਕੀ ਆ ਅਸਲ 'ਚ? ਜੀ ਪੰਜਾਬ ਦਾ ਇਹ ਉਹ ਖਿੱਤਾ ਆ ਜਿਹੜਾ ਸਿਆਸੀ ਤੌਰ ਤੇ ਬਹੁਤ ਅਵੇਅਰ ਆ। ਹਾਂ, ਬਹੁਤ ਅਵੇਅਰ, ਜਿਹਦੇ ਤੋਂ ਇਹ ਡਰਦੇ ਨੇ, ਜਿੱਥੋਂ ਵਿਦਿਆਰਥੀ ਲਹਿਰਾਂ ਉੱਠਦੀਆਂ ਰਹੀਆਂ ਨੇ। ਬਿਲਕੁਲ, ਇਹਦੇ ਤੇ ਅਸੀਂ ਗੱਲ ਅੱਗੇ ਤੋਰਾਂਗੇ ਵੀ ਇਹਦੇ ਕੀ ਸਿੱਟੇ ਨਿਕਲ ਸਕਦੇ ਆ। ਹੁਣ ਵਕਤ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ, ਆਪਾਂ ਹੁਣੇ ਵਾਪਸ ਆਉਂਦੇ ਹਾਂ। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਵਕਤ ਬਦਲ ਚੁੱਕਾ ਹੈ ਤੇ ਵਕਤ ਦੇ ਨਾਲ ਬਦਲ ਚੁੱਕੇ ਨੇ ਐਂਟਰਟੇਨਮੈਂਟ ਦੇ ਸਾਧਨ ਵੀ। ਐਪ ਸਟੋਰ ਜਾਂ ਗੂਗਲ ਪਲੇ ਸਟੋਰ ਤੋਂ ਅੱਜ ਹੀ ਡਾਊਨਲੋਡ ਕਰੋ ਈਬਾਬਾ ਐਂਟਰਟੇਨਮੈਂਟ ਐਪ। ਈਬਾਬਾ ਐਂਟਰਟੇਨਮੈਂਟ ਐਪ ਐਂਡਰੋਇਡ TV ਅਤੇ ਸੈਟ ਟੌਪ ਬਾਕਸ ਗੂਗਲ ਪਲੇ ਸਟੋਰ ਤੇ ਉਪਲਬਧ ਹਨ ਅਤੇ ਡਰਾਈਵ ਕਰਦੇ ਵੇਲੇ ਬਲੂਟੁੱਥ ਨਾਲ ਰੇਡੀਓ ਵੀ ਸੁਣ ਸਕਦੇ ਹੋ। ਸੋ ਜਲਦੀ ਤੋਂ ਜਲਦੀ ਖੁਦ ਵੀ ਇਹ ਐਪ ਡਾਊਨਲੋਡ ਕਰੋ ਅਤੇ ਆਪਣੇ ਫੈਮਿਲੀ ਫਰੈਂਡਸ ਨਾਲ ਵੀ ਇਹ ਜਾਣਕਾਰੀ ਸ਼ੇਅਰ ਕਰੋ। ਈਬਾਬਾ ਐਂਟਰਟੇਨਮੈਂਟ ਐਪ। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫਿਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। ਕੰਮ ਨੇ ਬਹੁਤ ਸਾਰੇ ਤੇ ਥਾਵਾਂ ਨੇ ਦੂਰ ਦੂਰ, ਪਰੇਸ਼ਾਨ ਹੋ ਗਈਆਂ ਮੈਂ। ਨਾ ਜੀ ਨਾ, ਹੁਣ ਨਹੀਂ ਹੋਣਾ ਪਰੇਸ਼ਾਨ, ਕਿਉਂਕਿ ਤੁਹਾਡੀ ਹਰ ਪਰੇਸ਼ਾਨੀ ਦਾ
ਮਿਲ ਗਿਆ ਹੈ ਸਮਾਧਾਨ। ਜਾਣਾ ਹੈ ਤੁਸੀਂ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਦੇ ਸਾਹਮਣੇ, ਜਿੱਥੇ ਹੈ ਇਹ ਸਟੋਰ ਉੱਗੇ ਬਿਜ਼ਨਸਮੈਨ ਪ੍ਰੀਤਮ ਸਿੰਘ ਦਿਲਜੀਆ, ਜਿੱਥੋਂ ਤੁਸੀਂ ਟ੍ਰਾਂਸਫਾਸਟ, ਵੀਗੋ, ਵੈਸਟਰਨ ਯੂਨੀਅਨ ਮਨੀ ਰਾਹੀਂ ਭੇਜੋ ਆਪਣਿਆਂ ਨੂੰ ਪੈਸੇ ਵਰਲਡਵਾਈਡ ਤੇ P&D ਡੇਲੀ ਗਰੋਸਰੀ ਤੋਂ ਕਰੋ ਫਟਾਫਟ ਨਾਲ ਸ਼ਾਪਿੰਗ, ਤੇ ਜੇ ਲੱਗੇ ਭੁੱਖ ਤਾਂ ਇੱਥੇ ਹੀ ਕਰੋ ਬ੍ਰੇਕਫਾਸਟ ਤੇ ਲੰਚ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ। ਇਨਕਮ ਟੈਕਸਿਸ ਸਿੰਗਲ, ਮੈਰਿਡ, ਨਿਆਣੇ ਛੋਟੇ ਵੱਡੇ, ਕਾਲਜ ਜਾਂਦੇ ਆ, ਅਰਨ ਇਨਕਮ ਕ੍ਰੈਡਿਟ eligible ਹੋ, it can be a complicated issue. Get it done professionally and filing it electronically. Come to a person with more than 20 years of experience. ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ, ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਹਾਜ਼ਰ ਹਾਂ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ, ਤੁਸੀਂ ਥੋੜ੍ਹੀ ਜਿਹੀ ਗੱਲ ਦੱਸ ਰਹੇ ਸੀ ਵੀ ਇਹਨਾਂ ਦਾ ਇਸ ਤਰ੍ਹਾਂ ਦੀ ਸਿਫਾਰਿਸ਼ਾਂ ਹੈਗੀਆਂ ਵੀ ਜਿਹੜੇ 250 ਕਿਲੋਮੀਟਰ ਤੱਕ ਜਿਹੜੀ ਦੂਰੀ ਪੈਂਦੀ ਹੈ ਉਹ ਤੋੜ ਦਿੱਤੇ ਜਾਣ। ਮੈਂ ਇਹ ਪੁੱਛ ਰਿਹਾ ਸੀ ਵੀ ਕੀ ਇਹ ਜਿਹੜੀਆਂ ਸਿਫਾਰਿਸ਼ਾਂ ਨੇ, ਇਹ ਸਿਫਾਰਿਸ਼ਾਂ ਨੂੰ ਅਮਲੀ ਰੂਪ ਕਿਹਨੇ ਦੇਣਾ, ਤੇ ਜੇ ਅਮਲੀ ਰੂਪ ਦਿੱਤਾ ਜਾ ਰਿਹਾ ਜਾਂ ਦਿੱਤੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ, ਉਹਦਾ ਵਿਰੋਧ ਕਿਸ ਲੈਵਲ ਦਾ ਹੈ? ਜੀ ਦੇਖੋ, ਇਹ ਸਿਫਾਰਿਸ਼ਾਂ ਤਾਂ ਚਾਂਸਲਰ ਸਾਹਿਬ ਦੀ ਬਣਾਈ ਹੋਈ ਕਮੇਟੀ ਦੀਆਂ ਨੇ। ਜਿਹੜੀ ਕਮੇਟੀ ਵਾਈਸ ਚਾਂਸਲਰ ਦੀ ਮਨਮਰਜ਼ੀ ਨਾਲ ਬਣੀ, ਉਹਦੀ ਆਪਣੀ ਪਰਸਨਲ ਕੋਟਰੀ ਚੋਂ ਬਣੀ ਹੋਈ ਆ। ਅੱਛਾ ਜੀ। ਉਹਦੀ ਕਿਚਨ ਕੈਬਨਿਟ ਚੋਂ ਇਹ ਕਮੇਟੀ ਬਣੀ ਹੋਈ ਆ ਜੀ। ਔਰ ਦੂਸਰੀ ਗੱਲ ਆ ਕਿ ਇਹਦੇ ਚ ਮਾੜੀ ਗੱਲ ਇਹ ਹੋਈ ਕਿ ਇਹਦੇ ਚ ਪੰਜਾਬ ਗਵਰਨਮੈਂਟ ਦੇ ਨੁਮਾਇੰਦੇ, ਜਿਹੜੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਨ, ਜਿਹੜੇ UT ਦੇ DPI ਸਨ ਔਰ ਜਿਹੜੇ ਪੰਜਾਬ ਦੇ DPI ਸਨ, ਇਹਨਾਂ ਨੇ ਇਹਨਾਂ ਜਿਹੜੀਆਂ ਜਿੱਥੋਂ ਜਦੋਂ ਪੰਜਾਬ ਨਾਲੋਂ ਇਹ ਕਾਲਜ ਤੋੜੇ ਜਾਣ ਦੀ ਕੋਸ਼ਿਸ਼ ਕੀਤੀ ਆ, ਇਹਨਾਂ ਨੇ ਇਹਦਾ ਬਿਲਕੁਲ ਵਿਰੋਧ ਨਹੀਂ ਕੀਤਾ, ਸਾਇਲੈਂਟਲੀ ਸਾਈਨ ਕਰਕੇ ਆ ਗਏ, ਮਤਲਬ ਮੀਟਿੰਗ 'ਚ ਗਏ, ਚੁੱਪ ਕਰਕੇ ਵਾਪਸ ਆ ਗਏ। ਇਹਦਾ ਕੀ ਰੀਜ਼ਨ ਹੈ? ਇਹਦਾ ਇੱਕ ਰੀਜ਼ਨ ਸਿਰਫ ਇਹੀ ਆ ਕਿ ਸਾਡੇ ਜਿਹੜੇ ਇਸ ਕਿਸਮ ਦੇ ਲੋਕ ਨੇ, ਇਹਨਾਂ ਦਾ ਅਕਾਦਮਿਕਤਾ ਨਾਲ ਤੇ ਪੰਜਾਬ ਨਾਲ ਕੋਈ ਵਾਹ ਵਾਸਤਾ ਨਹੀਂ। ਇਹ ਮੀਟਿੰਗਾਂ ਨੂੰ ਇੱਕ ਫਾਰਮੈਲਿਟੀ ਦੇ ਤੌਰ ਤੇ ਆਉਂਦੇ ਆ, ਦਸਤਖਤ ਕਰਦੇ ਆ, TAD ਲੈਂਦੇ ਤੇ ਘਰਾਂ ਨੂੰ ਚਲ ਜਾਂਦੇ ਆ। ਉਹ ਅੱਛਾ। ਪੰਜਾਬ ਦੇ ਦੇਖੋ, ਰਵਿੰਦਰਜੀਤ ਸਿੰਘ ਬਰਾੜ ਪੰਜਾਬ ਦਾ ਜੰਪਲ ਆ, DPI UT ਆ, ਔਰ ਇਸੇ ਤਰ੍ਹਾਂ ਪਰਮਜੀਤ ਸਿੰਘ DPI ਪੰਜਾਬ ਆ ਜੀ, ਔਰ ਤੀਸਰਾ ਜਸਪਾਲ ਸਿੰਘ ਸੰਧੂ, ਇਹ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ। ਇਹ ਤਿੰਨੇ ਬੰਦੇ, ਇਹਨਾਂ ਨੇ ਇਹਦੇ ਤੇ ਉਜੜ ਹੀ ਨਹੀਂ ਕੀਤਾ ਕਿ ਪੰਜਾਬ ਦੇ ਕਾਲਜ ਕਿਉਂ ਤੋੜੇ ਜਾਣ। ਅਸਲ 'ਚ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਲਾਲਚ ਇਹ ਸੀ ਕਿ ਬਹੁਤ ਸਾਰੇ ਕਾਲਜ ਉਹਨਾਂ ਨੂੰ ਮਿਲ ਜਾਣਗੇ। ਉਹ ਅੱਛਾ। ਉਹਨਾਂ ਨੇ ਇਹ ਗੱਲ ਕਿਤੇ ਕਹੀ ਵੀ ਆ ਕਿ ਕੁਝ ਕਾਲਜ ਸਾਨੂੰ ਮਿਲ ਜਾਣਗੇ ਇਹਦੇ 'ਚ। ਔਰ ਦੂਜੀ ਗੱਲ ਇਹਦੇ 'ਚ ਇਹ ਵੀ ਪਹਿਲਾਂ ਇੱਕ ਕੋਸ਼ਿਸ਼ ਹੋਰ ਹੋਈ ਸੀ ਕਿ ਪੰਚਕੂਲਾ ਤੇ ਅੰਬਾਲਾ ਜ਼ਿਲ੍ਹੇ ਦੇ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਲਾ ਦਿੱਤੇ ਜਾਣ, ਪਰ ਉਹ ਕੋਸ਼ਿਸ਼ ਫੇਲ ਕਰ ਦਿੱਤੀ ਸੀ। ਕਾਰਨ ਕੀ ਸੀ ਕਿ ਹਰਿਆਣਾ ਜਿਹੜਾ ਆਪਣਾ ਕੋਈ ਸ਼ੇਅਰ ਨਹੀਂ ਦਿੰਦਾ, ਜਿਹੜਾ ਹਰਿਆਣੇ ਦਾ ਹੁਣ ਕੋਈ ਸਾਡੀ ਐਸੋਸੀਏਸ਼ਨ ਦਾ ਵਾਹ ਵਾਸਤਾ ਨਹੀਂ, ਅਸੀਂ ਉਹਦੇ 'ਚ ਹਰਿਆਣੇ ਦਾ ਹਿੱਸਾ ਪਾਉਣਾ ਚਾਹੁੰਦੇ ਸੀ ਤਾਂ ਕਿ ਪੰਜਾਬ ਦਾ ਉਹਦੇ ਤੇ ਹੱਕ ਦਾਵਾ ਜਿਹੜਾ ਹੈਗਾ ਘੱਟ ਜਾਵੇ। ਪਰ ਜਿਹੜਾ ਮੈਂ ਪੁੱਛਿਆ ਸੀ ਵੀ ਇਹਦੀ ਵਿੱਤ ਦਾ ਪ੍ਰਬੰਧ ਕਿੱਦਾਂ ਹੈ? ਦੇਖੋ, ਵਿੱਤ ਦਾ ਇਹ ਆ ਕਿ ਪੰਜਾਬ ਕਿੰਨਾ ਹਿੱਸਾ ਦਿੰਦਾ? 60-40 ਦੀ ਰੇਸ਼ੋ ਆ। 60% ਸੈਂਟਰ ਗਵਰਨਮੈਂਟ ਨੇ ਦੇਣਾ ਹੁੰਦਾ, 40% ਪੰਜਾਬ ਗਵਰਨਮੈਂਟ ਨੇ। ਪਰ ਪੰਜਾਬ ਗਵਰਨਮੈਂਟ ਵੀ ਵੇਲੇ ਕਵੇਲੇ ਆਪਣਾ ਹਿੱਸਾ ਪੂਰਾ ਨਹੀਂ ਦਿੰਦੀ। ਇਹ ਸਥਿਤੀ ਆਈ ਸੀ ਪਿਛਲੇ ਸਮੇਂ 'ਚ ਕਿ ਪੰਜਾਬ ਗਵਰਨਮੈਂਟ ਦਾ ਹਿੱਸਾ 40% ਤੋਂ ਘਟਦਾ 12% ਤੇ ਆ ਗਿਆ ਸੀ। ਔਰ ਦੁਖੀ ਹੋ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਟੀਚਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਜੇ ਪੰਜਾਬ ਗਵਰਨਮੈਂਟ ਨੇ ਆਪਣਾ ਪੂਰਾ ਸ਼ੇਅਰ ਨਹੀਂ ਦੇਣਾ, ਅਸੀਂ ਵਿੱਤੀ ਕਰੰਚ ਵਿੱਚ ਆ, ਤੇ ਫਿਰ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਵੇ। ਜਿਹਦਾ ਵਿਰੋਧ ਹੋਇਆ ਸੀ, ਗੱਲ ਵੀ ਹੋਈ ਸੀ, ਜਿਹਦਾ ਬਹੁਤ ਵਿਰੋਧ ਹੋਇਆ ਸੀ, ਵਿਰੋਧ ਵੀ ਹੋਇਆ ਸੀ। ਪਰ ਇਹਦਾ ਮਤਲਬ ਇਹਦੇ ਵਿੱਚ ਪੰਜਾਬ ਦੀ ਜਿਹੜੀ ਸਰਕਾਰ ਦੀ ਜਿਹੜੀ ਇੱਕ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ, ਉਹ ਕਿਤੇ ਦਿਖਾਈ ਨਹੀਂ ਦੇ ਰਹੀ। ਤੇ ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਵੀ ਜਿਹੜਾ ਹੁਣ ਮੈਂ ਦੇਖਿਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਗੱਲ ਉੱਠੀ ਤੇ ਬਕਾਇਦਾ ਉੱਥੇ ਧਰਨੇ ਪ੍ਰਦਰਸ਼ਨ ਵੀ ਹੋਏ ਆ, ਤੁਸੀਂ ਵੀ ਉਹਦੇ ਸ਼ਾਮਲ ਸੀ,
ਇਹ ਵਿਰੋਧ ਕਿਸ ਲੈਵਲ ਤੇ ਹੈ ਜੀ ਜੀ ਤੇ ਕੀ ਇਹ ਜਿਹੜੀ ਉਹਨਾਂ ਦੀ ਕੋਸ਼ਿਸ਼ ਆ ਉਹਦੇ ਚੋਂ ਸਫਲ ਹੋਣਗੇ ਜਾਂ ਜਿਹੜਾ ਵਿਰੋਧ ਇੰਨਾ ਮਜ਼ਬੂਤ ਹੋ ਜਾਏਗਾ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹਨੂੰ ਬਚਾਇਆ ਜਾ ਸਕੇਗਾ? ਭਵਿੱਖ ਕੀ ਆ ਪੰਜਾਬ ਯੂਨੀਵਰਸਿਟੀ ਦਾ? ਸੁਸ਼ੀਲ ਜੀ, ਇਹ ਵਿਰੋਧ ਤਿੰਨ ਪੜਾਵਾਂ ਤੇ ਤਿੰਨ ਰੂਪਾਂ 'ਚ ਹੋ ਰਿਹਾ ਸੀ। ਹਾਂਜੀ। ਇੱਕ ਇਹ ਹੋਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੁਝ ਸੈਨੇਟ ਮੈਂਬਰ ਹਾਂਜੀ ਜਿਹੜੇ ਇਸ ਗੱਲ ਨੂੰ ਭਾਂਪ ਗਏ ਸੀ ਕਿ ਵੀਸੀ ਸਾਹਿਬ ਨਵੀਆਂ ਰਿਕਮੈਂਡੇਸ਼ਨਸ ਲੈ ਕੇ ਸੈਨੇਟ ਦਾ ਭੋਗ ਪਾਉਣਾ ਚਾਹੁੰਦੇ ਆ। ਅਸਲ 'ਚ ਇਹ ਗੱਲ ਕਿੱਥੋਂ ਚੱਲੀ? ਹੋਇਆ ਇਹ ਕਿ ਸੈਨੇਟ ਦੀ ਇੱਕ ਮੀਟਿੰਗ ਵਿੱਚ ਹੁਸ਼ਿਆਰਪੁਰ ਦੇ ਸਾਡੇ MP ਜਿਹੜੇ ਮੰਤਰੀ ਸਨ ਜੀ, ਉਹਨਾਂ ਨੇ ਸੈਨੇਟ ਦੀ ਮੀਟਿੰਗ 'ਚ ਇਹ ਕਹਿ ਦਿੱਤਾ ਕਿ ਤੁਸੀਂ ਸੈਨੇਟ ਦੇ ਮੈਂਬਰ ਬਾਈ ਚਾਂਸ ਨੂੰ ਕੰਮ ਨਹੀਂ ਕਰਨ ਦੇ ਰਹੇ, ਜੇ ਅਸੀਂ ਧਾਰਾ 370 ਤੋੜ ਸਕਦੇ ਹਾਂ ਤਾਂ ਤੁਹਾਡੀ ਅਸੀਂ ਸੈਨੇਟ ਸਿੰਡੀਕੇਟ ਵੀ ਤੋੜ ਦੇਵਾਂਗੇ। ਅੱਛਾ। ਇਹਦੇ ਤੋਂ ਕੁਝ ਲੋਕ ਅਲਰਟ ਹੋਏ, ਉਹ ਲੋਕ ਕੋਰਟ 'ਚ ਗਏ। ਜਦੋਂ ਵਾਈਸ ਚਾਂਸਲਰ ਨੇ 1 ਸਾਲ ਤੱਕ, ਦੇਖੋ ਜਦੋਂ ਬੰਗਾਲ 'ਚ ਚੋਣਾਂ ਹੋ ਰਹੀਆਂ ਨੇ, ਜਦੋਂ 10 ਲੱਖ ਬੰਦਾ ਇੱਥੇ ਇਕੱਠਾ ਹੋ ਸਕਦਾ ਹੈਗਾ ਕੁੰਭ ਦੇ ਉੱਤੇ, ਉਦੋਂ ਜਦੋਂ ਕੋਰਟ ਨੇ ਵਾਈਸ ਚਾਂਸਲਰ ਨੂੰ ਕਿਹਾ ਕਿ ਤੁਸੀਂ ਚੋਣਾਂ ਕਰਾਓ, ਵਾਈਸ ਚਾਂਸਲਰ ਨੇ ਇਹ ਬਹਾਨਾ ਮਾਰ ਲਿਆ ਕਿ ਡਿਊਟੀ ਪ੍ਰਸ਼ਾਸਨ ਨਹੀਂ ਮੰਨਦਾ। ਅੱਛਾ। ਤਾਂ ਜਦੋਂ ਉਹ ਦੁਬਾਰੇ ਚੋਣਾਂ ਪੋਸਟਪੋਨ ਕੀਤੀਆਂ ਤੇ ਇਹ ਲੋਕ ਕੋਰਟ ਚਲੇ ਗਏ। ਸੋ ਇੱਕ ਵਿਰੋਧ ਕੋਰਟ ਵਿੱਚ ਹੋਇਆ। ਹਾਈ ਕੋਰਟ ਨੇ ਹਦਾਇਤ ਕੀਤੀ ਆ ਕਿ ਇਹ ਚੋਣਾਂ ਜਿਹੜੀਆਂ ਇਸ ਡੇਟ ਤੱਕ, ਅਗਸਤ ਤੱਕ ਕਰਵਾ ਦਿੱਤੀਆਂ ਜਾਣ। ਠੀਕ ਹੈ, ਠੀਕ। ਦੂਜਾ ਵਿਰੋਧ ਵਿਦਿਆਰਥੀਆਂ ਨੇ ਕੀਤਾ। ਅੱਛਾ। ਉਹਦਾ ਇੱਕ ਰੀਜ਼ਨ ਆ, ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਫੀਸ ਸਟਰਕਚਰ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਕਾਬਲੇ ਤੇ ਬਹੁਤ ਘੱਟ ਫੀਸਾਂ ਨੇ। ਓਕੇ। ਕਾਰਨ ਉਹਦਾ ਸੀ ਕਿ ਉੱਥੇ ਸੈਨੇਟ ਸਿੰਡੀਕੇਟ ਚੁਣੀ ਹੋਈ ਨਹੀਂ, ਉੱਥੇ ਸਿੰਡੀਕੇਟਾਂ ਨੋਮੀਨੇਸ਼ਨ। ਤੀਜਾ ਵਿਰੋਧ ਦੱਸੋ ਫਿਰ ਆਪਾਂ ਬ੍ਰੇਕ ਤੀਜਾ ਵਿਰੋਧ ਜਿਹੜਾ ਸੀਗਾ ਉਹ ਹੋ ਰਿਹਾ ਹੁਣ ਸ਼ਹਿਰੀਆਂ ਵੱਲੋਂ। ਅੱਛਾ ਜੀ। ਇਸ ਵੇਲੇ ਪੰਜਾਬ ਦੇ ਇੰਟੈਲੈਕਚੁਅਲਸ ਔਰ ਪੰਜਾਬ ਦੇ ਲੇਖਕ, ਪੰਜਾਬ ਦੇ ਬੁੱਧੀਜੀਵੀ, ਪੰਜਾਬ ਦੇ ਵਕੀਲ, ਪੰਜਾਬ ਦੇ ਡਾਕਟਰਸ, ਉਹਨਾਂ ਨੂੰ ਇਹ ਗੱਲ ਦੀ ਚਿੰਤਾ ਹੋਈ ਇੱਕਦਮ ਤੇ ਨਤੀਜੇ ਵਜੋਂ ਹੁਣ ਪੰਜਾਬ ਦਾ ਜਿਹੜਾ ਇੰਟੈਲੈਕਚੁਅਲ ਤਬਕਾ ਆ ਉਹ ਵੀ ਇਹਦੇ ਹੱਕ 'ਚ ਲੱਗਦਾ। ਇਹ ਜਿਹੜਾ 3 ਤਰ੍ਹਾਂ ਦਾ ਵਿਰੋਧ ਹੈ ਸ਼ਾਇਦ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਸ ਵੇਲੇ ਦੀ ਹੈਸੀਅਤ ਹੈ ਉਹਨੂੰ ਬਚਾਉਣ 'ਚ ਕਾਮਯਾਬ ਹੋਏਗਾ। ਅਸੀਂ ਵੀ ਉਮੀਦ ਕਰਦੇ ਹਾਂ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਫਿਰ ਕੁਝ ਗੱਲਾਂ ਹੋਰ ਕਰਦੇ ਹਾਂ ਡਾਕਟਰ ਸੁਖਦੇਵ ਸਿੰਘ ਸਰਸਾ ਹੋਰਾਂ ਨਾਲ। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚੋਂ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 92 23।
ईस्ट कोस्ट दी शानदार ट्रकिंग कंपनी टिब्बी एक्सप्रेस इंक न्यू जर्सी पेंसिल्वेनिया ओहायो इंडियाना कंटकी वास्ते पक्के अते बैंक एंड फोर्थ लोड डेडिकेटेड रन एंड हुकअप ड्रॉप दी सुविधा नवे ट्रक अते ड्राइवरां नू वधिया रेट 6 महीने बाद ड्राइवर भरावां नू बोनस सवेर तो शाम तक लोकल काम करन वाले ड्राइवरां वीरां नू $25 प्रति घंटा न्यू जर्सी पेंसिल्वेनिया ओहायो इंडियाना कंटकी वास्ते लोकल काम लई ड्राइवर वीर संपर्क करो कॉल हैप्पी टिब्बी 6099474777 न्यू जर्सी दे कोल राउट 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411 ਦਿਓਲ ਟਰਾਂਸਪੋਰਟ ਕੰਪਨੀ ਮਿਸ਼ੀਗਨ ਮਿਡਵੇਸਟ ਦੇ ਇੱਕ ਨਾਮੀ ਕੰਪਨੀ ਮਿਡਵੇਸਟ ਟੂ ਨਾਰਥ ਈਸਟ ਨਿਊਯਾਰਕ ਮੈਰੀਲੈਂਡ ਪੈਂਸਿਲਵੇਨੀਆ ਨਿਊ ਜਰਸੀ ਵਰਜੀਨੀਆ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਟ੍ਰਾਇਲੋਟ ਅਤੇ ਮਿਸ਼ੀਗਨ ਤੋਂ ਇੰਡੀਆਨਾਪੋਲਿਸ ਲੋਕਲ ਲੋਡ ਵਾਲੀ ਗੱਡੀ ਦੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ ਹਮੀ ਦਿਓਲ 5103181415 ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ deol.trans@yahoo.com ਤੇ ਐਕਸੈਸ ਸੋਲਿਊਸ਼ਨ ਗਰੁੱਪ ਸ਼ੈਡ ਸਕੈਫੋਲਡਿੰਗ ਅਤੇ ਹੋਇਸਟ ਪੰਜਾਬੀਆਂ ਦੀ ਨਿਊਯਾਰਕ ਵਿੱਚ ਇਮਾਰਤ ਸਾਜ਼ੀ ਦੀਆਂ ਲੋੜਾਂ ਦੇ ਲਈ ਵੱਡੀ ਕੰਪਨੀ ਐਕਸੈਸ ਸੋਲਿਊਸ਼ਨ ਗਰੁੱਪ ਜੋ ਪ੍ਰੋਵਾਈਡ ਕਰਵਾਉਂਦੇ ਨੇ ਪਾਈਪਸ ਸਕੈਫੋਲਡਿੰਗ ਸਾਈਡਵਾਕ ਸ਼ੈਡ ਐਨਕਲੋਜ਼ਰ ਹੋਇਸਟ ਐਲੀਵੇਟਰ ਪਲੇਟਫਾਰਮ ਸ਼ੋਰਿੰਗ ਤੇ ਡੈਬਰੀ ਸ਼ੋਇਟ ਕੰਸਟਰਕਸ਼ਨ ਕੰਪਨੀਆਂ ਦੇ ਵਿੱਚ ਭਰੋਸੇਮੰਦ ਗਰੁੱਪ ਦਾ ਫਾਇਦਾ ਉਠਾਉਣ ਵਾਸਤੇ ਭੁਪਿੰਦਰ ਸਿੰਘ ਬੋਪਾਰਾਏ ਨੂੰ 212-321-0045 ਤੇ ਕਾਲ ਕਰੋ ਐਕਸੈਸ ਸੋਲਿਊਸ਼ਨ ਗਰੁੱਪ ਗਲੋਬਲ ਫਰਾਈਟ ਕੈਰੀਅਰ ਇੰਕ ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਟਰੱਕ ਰਿਪੇਅਰ 24 ਘੰਟੇ ਰੋਡ ਸਰਵਿਸ ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ ਜਿਸ ਵਿੱਚ ਰੀਫਰ ਡਰਾਈਵਰ ਵੈਨ ਫਲੈਟਬੈਡ ਟਰੈਕਟਰ ਸਭ ਸ਼ਾਮਿਲ ਨੇ ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ ਜਾਰਜੀਆ ਫਲੋਰੀਡਾ ਅਲਾਬਾਮਾ ਮਿਸੀਸਿਪੀ ਲੂਜ਼ੀਆਨਾ ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ प्राइम लिंक एक्सप्रेस हेड ऑफिस 825 नेवी ड्राइव स्टॉकटन कैलिफोर्निया 95206 फॉर मोर इंफॉर्मेशन कॉल गुरमीत मल्ली ਗਡੂਰਾ ਰੀਅਲ ਏਸਟੇਟ ਅਤੇ ਗਡੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਡੂਰਾ ਰੀਅਲ ਏਸਟੇਟ ਇਸ ਕੋਲ ਭਰੋਸੇਮੰਦ ਰੀਅਲ ਏਸਟੇਟ ਏਜੰਟਾਂ ਦੀ ਟੀਮ ਹੈ ਕਾਲ ਵਿਨੋਦ ਗਡੂਰਾ 9176828560 ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ ਗਡੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ Call Vineet Gadura MBA, President and Owner, Gadura Mortgage, number 7186400444. ਸੋ ਪੰਜਾਬ ਹਲਚਲ 'ਚ ਇੱਕ ਬ੍ਰੇਕ ਤੋਂ ਬਾਅਦ ਅਗਲੇ ਸੈਗਮੈਂਟ ਦੇ ਵਿੱਚ ਜਿਹੜਾ ਸਾਡਾ ਆਖਰੀ ਸੈਗਮੈਂਟ ਹੈ ਡਾਕਟਰ ਸੁਦੀਪ ਸਿੰਘ ਸਰਸਾ ਹੋਰਾਂ ਨਾਲ ਆਪਾਂ ਗੱਲਬਾਤ ਫਿਰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ ਆਪਾਂ ਹੁਣ ਯੂਨੀਵਰਸਿਟੀ ਵਾਲੀ ਗੱਲ ਲਗਭਗ ਆਪਾਂ ਕਰ ਲਈ ਹੈ ਮੈਂ ਹੁਣ ਇਹ ਤੁਹਾਡੇ ਤੋਂ ਜਿਹੜਾ ਆਪਣਾ ਸ਼ੁਰੂਆਤੀ ਸਵਾਲ ਸੀ ਜਿਹ 'ਚ ਤੁਸੀਂ ਘੱਟ ਗਿਣਤੀਆਂ ਦਾ ਜ਼ਿਕਰ ਕੀਤਾ
ਜਿਸ ਤਰ੍ਹਾਂ ਦੇਸ਼ ਨੂੰ ਇੱਕ ਰੰਗਾ ਬਣਾਉਣ ਦੀ ਕੋਸ਼ਿਸ਼ ਹੈ, ਜਿਹੜਾ ਤੁਸੀਂ ਥੋੜ੍ਹਾ ਜਿਹਾ ਪ੍ਰਸੰਗ ਦੱਸਿਆ, ਤੁਸੀਂ ਇੱਕ ਜਿਹੜੀ ਵੱਡੀ ਘੱਟ ਗਿਣਤੀ ਦਾ ਜ਼ਿਕਰ ਕਰ ਰਹੇ ਸੀ। ਕਈ ਵਾਰੀ ਇਹ ਹੁੰਦਾ ਵੀ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਿਹੜੇ ਸਿੱਧੇ ਤੌਰ 'ਤੇ ਆਪ ਇਫੈਕਟ ਨਹੀਂ ਹੁੰਦੇ, ਉਹਨਾਂ ਨੂੰ ਲੱਗਦਾ ਕਿ ਸਾਡਾ ਤਾਂ ਮਸਲਾ ਹੀ ਹੈ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਇੱਕ ਵੱਡੀ ਘੱਟ ਗਿਣਤੀ ਹੈ ਸਾਡੀ, ਜਿਹੜੀ ਮੁਸਲਿਮ ਕਮਿਊਨਿਟੀ, ਉਹਦੇ 'ਤੇ ਇੱਕ ਹਮਲਾ ਦਿਖਾਈ ਦੇ ਰਿਹਾ? ਜਿਹੜੀਆਂ ਬਾਕੀ ਘੱਟ ਗਿਣਤੀਆਂ ਵੀ ਉਹ ਵੀ ਲਾਈਨ 'ਚ ਹੀ ਨੇ, ਖਤਰਾ ਉਹਨਾਂ ਲਈ ਬਰਾਬਰ ਦਾ ਆ ਰਿਹਾ। ਅਤੇ ਫਿਰ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਜਦੋਂ ਦੇਸ਼ ਦਾ ਜਿਹੜਾ ਇੱਕ ਸਿਆਸੀ ਦ੍ਰਿਸ਼ ਵੀ ਜਿਹੜਾ ਇਸ ਕਿਸਮ ਦਾ ਆ, ਜਿਹਦੇ ਵਿੱਚ ਬੜੀ ਅਸਥਿਰਤਾ ਆ, ਅਤੇ ਕੋਸ਼ਿਸ਼ ਉਹਨਾਂ ਦੀ ਹੈ, ਉਹਨਾਂ ਨੇ ਤਾਂ ਦਾਅਵੇ ਵੀ ਕਰਤੇ ਸੀ ਅਸੀਂ ਦੇਸ਼ ਨੂੰ 2024 ਤੱਕ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰ ਦੇਣਾ। ਤੁਸੀਂ ਕੀ ਕਿਆਸ ਕਰ ਰਹੇ ਹੋ ਵੀ ਕੀ ਹੋਣਾ ਚਾਹੀਦਾ ਹੈ ਵੀ ਇਹ ਜਿਹੜੀਆਂ ਚੀਜ਼ਾਂ ਉਹਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ, ਉਹਦੇ ਤੌਰ ਤਰੀਕੇ ਕੀ ਹੈ? ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਆ ਔਰ ਬਿਲਕੁਲ ਤੁਸੀਂ ਠੀਕ ਬੁੱਝੀ ਉਹ ਗੱਲ ਕਿ ਬੀਜੇਪੀ ਦਾ ਇੱਕੋ ਇੱਕ ਮਕਸਦ ਜੀ ਇਸ ਰਾਸ਼ਟਰ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨਾ ਆ। ਚਾਹੇ ਉਹ ਇੱਕ ਸੰਵਿਧਾਨ ਦੀ ਗੱਲ ਹੋਵੇ, ਇੱਕ ਧਰਮ ਦੀ ਗੱਲ ਹੋਵੇ, ਇੱਕ ਭਾਸ਼ਾ ਦੀ ਗੱਲ ਹੋਵੇ, ਇਹ ਤਾਂ ਕੋਈ ਭੁਲੇਖਾ ਹੀ ਨਹੀਂ। ਇਹਨੂੰ ਰੋਕਿਆ ਕਿਵੇਂ ਜਾ ਸਕਦਾ? ਇੱਕ ਤਾਂ ਹਿੰਦੁਸਤਾਨ ਦੀਆਂ ਜਿਹੜੀਆਂ ਸਾਰੀਆਂ ਮਿਨੋਰਟੀਜ਼ ਆ, ਖਾਸ ਤੌਰ ਤੇ ਜਿਹੜੀ ਸਿੱਖ ਮਿਨੋਰਟੀ ਆ, ਸਿੱਖ ਮਿਨੋਰਟੀ ਨੂੰ ਇਹ ਲੱਗਦਾ ਸੀ ਕਿ ਸਾਡੀ ਬੀਜੇਪੀ ਨਾਲ ਸਿਆਸੀ ਸਾਂਝ ਆ ਤੇ ਸਾਨੂੰ ਕੋਈ ਖਤਰਾ ਨਹੀਂ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਇੱਕ ਬਹੁਤ ਛੋਟੀ ਮਿਨੋਰਟੀ ਹੈ ਸਾਡੇ ਕੋਲ, ਜਿਹੜੀ ਈਸਾਈ ਲੋਕ ਨੇ, ਜਿਹੜੇ ਕ੍ਰਿਸਚੀਅਨਸ ਨੇ, ਉਹਨਾਂ ਨਾਲ ਵੀ ਪਿੱਛੇ ਅਸੀਂ ਦੇਖਿਆ ਕਿ ਉੜੀਸਾ 'ਚ ਕੀ ਕੁਝ ਹੋਇਆ। ਬਿਲਕੁਲ। ਸੋ ਇਸੇ ਤਰ੍ਹਾਂ ਅਸੀਂ ਕਸ਼ਮੀਰ 'ਚ ਦੇਖਦੇ ਹਾਂ, ਲਗਭਗ 1 ਸਾਲ ਹਰ ਕਸ਼ਮੀਰੀ ਨੂੰ ਉਹਨਾਂ ਦੇ ਘਰਾਂ 'ਚ ਇਹਨਾਂ ਨੇ ਕੈਦ ਕਰ ਦਿੱਤਾ ਬਿਨਾਂ ਕੋਈ ਕਾਨੂੰਨ ਬਣਾਏ। ਬਿਲਕੁਲ। ਸੋ ਮੈਨੂੰ ਇਹ ਲੱਗਦਾ ਆ ਕਿ ਇੱਕ ਤਾਂ ਇਹ ਆ ਕਿ ਹਿੰਦੁਸਤਾਨ ਦੀ ਮਿਨੋਰਟੀਜ਼ ਨੂੰ ਸੰਵਿਧਾਨ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ। ਭਾਰਤੀ ਸੰਵਿਧਾਨ ਦੀ ਵੀ ਖੂਬਸੂਰਤੀ ਇਹੀ ਆ ਕਿ ਇਹ ਹਰ ਖਿੱਤੇ ਦੀ ਭਾਸ਼ਾ ਨੂੰ, ਹਰ ਖਿੱਤੇ ਦੇ ਸੱਭਿਆਚਾਰ ਨੂੰ, ਹਰ ਖਿੱਤੇ ਦੇ ਜਿਹੜੇ ਜਾਂ ਛੋਟੇ ਜਿਹੜੇ ਸਾਡੀਆਂ ਸੰਪਰਦਾਵਾਂ ਨੇ, ਧਰਮਾਂ ਨੇ, ਉਹਨਾਂ ਦੀ ਰਾਖੀ ਦਾ ਅਹਿਦ ਕਰਦਾ ਹੈ। ਇੱਕ ਤਾਂ ਮੈਂ ਸਮਝਦਾ ਕਿ ਇਹਦੇ ਲਈ ਸਾਨੂੰ ਬਹੁਤ ਜ਼ਰੂਰੀ ਆ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਮਿਨੋਰਟੀਜ਼ ਆ, ਮਿਨੋਰਟੀਜ਼ ਆਪਣੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਕੇਵਲ ਚੇਤਨੀ ਨਾ ਹੋਣ, ਸੰਘਰਸ਼ ਕਰਨ। ਔਰ ਦੂਸਰੀ ਗੱਲ ਮੈਂ ਸਮਝਦਾ ਕਿ ਇਸ ਵੇਲੇ ਬੀਜੇਪੀ ਦੇ, ਜੇ ਬੀਜੇਪੀ ਨੂੰ ਕੋਈ ਸਵਾਲ ਖੜਾ ਕੀਤਾ ਕਿਸੇ ਨੇ, ਪਿੱਛੇ ਤਾਂ ਇਹ ਲੱਗਣ ਲੱਗ ਗਿਆ ਸੀ ਕਿ ਇਹਨਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ। ਕਿਸਾਨ ਅੰਦੋਲਨ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਬੀਜੇਪੀ ਨੂੰ ਸਵਾਲ ਕੀਤੇ ਜਾ ਸਕਦੇ ਆ, ਇਹਨਾਂ ਦੇ ਘੋੜੇ ਨੂੰ ਫੜਿਆ ਜਾ ਸਕਦਾ। ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ, ਆਪਣੇ ਕੋਲ 2-2.5 ਮਿੰਟ ਹੈ ਜੀ। ਕੇਂਦਰੀ ਪੰਜਾਬੀ ਲੇਖ ਸਭਾ ਵੀ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦੇ ਸਹਿਯੋਗੀ ਵਜੋਂ ਹੈ, ਤੁਸੀਂ ਵੀ ਉੱਥੇ ਜਾਂਦੇ ਰਹੇ ਹੋ, ਮੈਂ ਵੀ ਬਹੁਤ ਵਾਰ ਗਿਆ। ਹੁਣ ਚੱਲ ਰਿਹਾ ਅੱਜ ਤੋਂ ਪਾਰਲੀਮੈਂਟ, ਇੱਕ ਦਿਨ ਹੋ ਗਿਆ, ਦੂਜਾ ਦਿਨ ਪਾਰਲੀਮੈਂਟ ਪੈਰਲਲ ਚੱਲ ਰਹੀ ਹੈ ਕਿਸਾਨਾਂ ਦੀ, ਤੇ ਉਹਦੇ 'ਚ 200 ਦੇ ਜਥੇ ਜਾ ਰਹੇ ਆ। ਤੇ ਓਵਰਆਲ ਤੁਸੀਂ ਕਿਸਾਨ ਅੰਦੋਲਨ ਬਾਰੇ ਇੱਕ ਤੁਹਾਡੀ ਟਿੱਪਣੀ ਚਾਹੀਦੀ 2 ਮਿੰਟ ਦੀ, ਤੇ ਨਾਲ ਇਹ ਵੀ ਜਿਹੜੇ ਉਹ ਜਥੇ ਜਾ ਰਹੇ ਉਹ 'ਚ ਕੇਂਦਰੀ ਪੰਜਾਬੀ ਲੇਖ ਸਭਾ ਦਾ ਕਿੰਨਾ ਹਿੱਸਾ ਆ? ਦੇਖੋ, ਇਸ ਕਿਸਾਨ ਅੰਦੋਲਨ ਬਾਰੇ ਮੈਂ ਇਹ ਕਹਾਂਗਾ ਕਿ ਇੱਕ ਤਾਂ ਇਹ ਜਨ ਅੰਦੋਲਨ ਬਣ ਗਿਆ, ਇਹ ਕੇਵਲ ਕਿਸਾਨ ਅੰਦੋਲਨ ਨਹੀਂ, ਇਹਦੇ ਵਿੱਚ ਮਜ਼ਦੂਰ ਵੀ ਸ਼ਾਮਲ ਆ, ਛੋਟਾ ਦੁਕਾਨਦਾਰ, ਛੋਟਾ ਕਾਰੋਬਾਰੀ ਸ਼ਾਮਲ ਆ। ਇੱਕ ਤਾਂ ਇਹ ਜਨ ਅੰਦੋਲਨ ਆ। ਦੂਸਰੀ ਗੱਲ ਆ ਕਿ ਇਸ ਅੰਦੋਲਨ ਦੀ ਵੱਡੀ ਖੂਬਸੂਰਤੀ ਇਹ ਆ ਕਿ ਵੱਡੀ ਗਿਣਤੀ ਵਿੱਚ ਸਾਡੀ ਔਰਤ ਮੈਦਾਨ ਵਿੱਚ ਨਿਤਰੀ ਆ, ਖੁੱਲ੍ਹ ਕੇ ਆਪਣੇ ਹੱਕਾਂ ਲਈ ਆਈ ਆ। ਖਾਸ ਤੌਰ ਤੇ ਹਰਿਆਣਾ ਖਿੱਤੇ ਦੀ ਔਰਤ ਜਿਹੜੀ ਪਰਦੇ 'ਚ ਰਹਿੰਦੀ ਸੀ। ਔਰ ਇਹਦੇ ਨਾਲ ਹੀ ਇੱਕ ਗੱਲ ਜੋੜਨ ਵਾਲੀ ਮੈਂ ਉਹ ਜੋੜਦੇ ਹਾਂ ਕਿ ਪੰਜਾਬ ਦੇ ਖੇਤ ਮਜ਼ਦੂਰ ਨੇ, ਪੰਜਾਬ ਦੇ ਛੋਟੇ ਮਜ਼ਦੂਰ ਨੇ ਇਹ ਗੱਲ ਭਾਂਪ ਲਈ ਆ ਕਿ ਇਸ ਅੰਦੋਲਨ ਨਾਲ ਕੇਵਲ ਕਿਸਾਨੀ ਦਾ ਨੁਕਸਾਨ ਨਹੀਂ ਹੋਣਾ, ਕਿਉਂਕਿ ਜਿਹੜੀ ਸਾਡੀ ਪਬਲਿਕ ਡਿਸਟ੍ਰੀਬਿਊਟਰ ਸਿਸਟਮ ਉਹ ਖਤਮ ਹੋ ਜਾਏਗਾ ਤੇ ਆਮ ਆਦਮੀ ਰੋਟੀ ਤੋਂ ਵੀ ਆਤਰ ਹੋ ਜਾਏਗਾ। ਨਵੇਂ ਕਾਨੂੰਨ ਜੇ ਲਾਗੂ ਹੁੰਦੇ। ਸੋ ਮੈਨੂੰ ਇਹ ਲੱਗਦਾ ਕਿ ਇਸ ਅੰਦੋਲਨ ਨੇ ਇੱਕ ਨਵੀਂ ਚੇਤਨਾ ਵੀ ਪੈਦਾ ਕੀਤੀ ਹੈ। ਔਰ ਖਾਸ ਤੌਰ ਤੇ ਤੁਸੀਂ ਲੇਖਕਾਂ ਦਾ ਜ਼ਿਕਰ ਕੀਤਾ, ਇੱਕ ਬਹੁਤ ਪ੍ਰਾਪਤੀ ਵੱਡੀ ਮੈਨੂੰ ਇਸ ਲੱਗਦੀ ਆ ਕਿ ਇਸ ਅੰਦੋਲਨ ਨੇ ਲੇਖਕਾਂ ਨੂੰ ਨਵੇਂ ਮੁੱਦੇ ਤੇ ਨਵੀਂ ਊਰਜਾ ਦਿੱਤੀ ਆ। ਖਾਸ ਤੌਰ ਤੇ ਸਾਡਾ ਯੂਥ ਜਿਹੜਾ ਬਹੁਤ ਹਿੰਸਕ ਭਾਸ਼ਾ ਵਾਲੇ ਗੀਤ ਲਿਖਦਾ ਸੀ ਜਾਂ ਲੱਚਰ ਜਿਹੜੇ ਗੀਤ ਲਿਖਦਾ ਸੀ, ਉਸ ਯੂਥ ਨੇ ਵੀ ਮੋੜਾ ਕੱਟਿਆ। ਸੋ ਮੈਨੂੰ ਇਹ ਲੱਗਦਾ ਆ ਕਿ ਇਸ ਅੰਦੋਲਨ 'ਚ ਜਿਹੜਾ ਵੀ ਜਾਏਗਾ ਉਹ ਇੱਕ ਬਦਲਿਆ ਹੋਇਆ ਇਨਸਾਨ ਬਣ ਕੇ ਜ਼ਰੂਰ ਆਏਗਾ। ਜੀ ਬਿਲਕੁਲ। ਕੇਂਦਰੀ ਪੰਜਾਬੀ ਲੇਖ ਸਭਾ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੈ। ਜਿਹੜੇ ਜਥੇ ਜਾਣਗੇ ਉਹਦੇ 'ਚ ਕੇਂਦਰੀ ਪੰਜਾਬੀ ਲੇਖ ਸਭਾ ਦੇ ਨੁਮਾਇੰਦੇ ਵੀ ਜਾ ਰਹੇ ਨੇ। ਸੋ ਇਸ ਅੰਦੋਲਨ ਦੇ ਨਾਲ ਨੇ ਪੰਜਾਬੀ ਦੇ ਲੇਖਕ, ਬੁੱਧੀਜੀਵੀ, ਸਾਰੇ ਦੇਸ਼ ਦੇ ਲੇਖਕ ਬੁੱਧੀਜੀਵੀ ਵੀ ਹੈ। ਇਸ ਅੰਦੋਲਨ ਨੇ ਹੋਰ ਅੱਗੇ ਜਾਣਾ ਹੈ। ਸੋ ਇੱਥੇ ਅਸੀਂ ਅੱਜ ਆਪਣੀ ਚਰਚਾ ਖਤਮ ਕਰਾਂਗੇ ਇਸ ਉਮੀਦ ਦੇ ਨਾਲ ਕਿ ਭਾਰਤ ਦਾ ਜਿਹੜਾ ਆਉਣ ਵਾਲਾ ਕੱਲ੍ਹ ਹੈ ਉਹ ਅੱਜ ਨਾਲੋਂ ਬਿਹਤਰ ਹੋਵੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਮਿਹਰਬਾਨੀ।